ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਵਿੱਚ ਹਨ 10 ਲੱਖ ਨੌਕਰੀਆਂ। ਜਾਣੋ ਪੂਰੀ ਸੂਚੀ ਜੋ ਤੁਹਾਨੂੰ ਦਿਵਾ ਸਕਦੀ ਹੈ PR। ਐਲਕ ਗਰੋਵ ਤੀਆਂ ਦੀ ਵੈਬਸਾਈਟ ਕੀਤੀ ਗਈ ਲਾਂਚ। ਅਮਰੀਕਾ ਚੀਨ ਵਿਚਾਲੇ ਤਨਾਤਨੀ ਦੇ ਵਿੱਚ US ਹਾਊਸ ਸਪੀਕਰ ਨੈਂਸੀ ਪੋਲੇਸੀ ਪਹੁੰਚੀ ਤਾਈਵਾਨ। ਅਮਰੀਕਾ ਨੇ ਪੁਤਿਨ ਦੀ ਕਥਿਤ ਗਰਲਫ੍ਰੈਂਡ ਤੇ ਲਾਈਆਂ ਨਵੀਆਂ ਪਾਬੰਦੀਆਂ। ਅਮਰੀਕਾ ਨੇ ਈਰਾਨ ਦੀਆਂ ਮਦਦਗਾਰ UAE ਤੇ ਹਾਂਗਕਾਂਗ ਦੀਆਂ ਤੇਲ ਕੰਪਨੀਆਂ ਤੇ ਲਾਈ ਪਾਬੰਦੀ। ਦਿੱਲੀ ਵਿੱਚ ਕੁਝ ਦਿਨ ਹੋ ਸਕਦੀ ਹੈ ਸ਼ਰਾਬ ਦੀ ਕਿੱਲਤ। ਪੁਰਾਣੀ ਪਾਲਿਸੀ ਨੂੰ ਅਮਲ ਵਿੱਚ ਲਿਆਉਣ ਦੀ ਕਵਾਇਦ ਜਾਰੀ। ਹੁਣ ਖਬਰਾਂ ਦਾ ਵਿਸਥਾਰ। ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ PR ਸਥਾਈ ਨਿਵਾਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਖੁਸ਼ਖਬਰੀ ਹੈ। ਕੈਨੇਡਾ ਵਿੱਚ 10 ਲੱਖ ਤੋਂ ਵੱਧ ਖਾਲੀ ਅਸਾਮੀਆਂ ਹਨ ਅਤੇ ਉੱਚ ਨੌਕਰੀ ਦੀ ਖਾਲੀ ਦਰ, ਘੱਟ ਬੇਰੁਜ਼ਗਾਰੀ ਦਰ ਦੇ ਨਾਲ ਸੰਯੁਕਤ ਰੂਪ ਨਾਲ ਪ੍ਰਵਾਸੀਆਂ ਲਈ ਅਹੁਦਿਆਂ ਨੂੰ ਭਰਨ ਦੇ ਮੌਕੇ ਲਿਆਉਂਦੀ ਹੈ। ਕੈਨੇਡਾ ਵਰਤਮਾਨ 2022 ਵਿੱਚ 4,30,000 ਤੋਂ ਵੱਧ ਦੇ ਟੀਚੇ ਦੇ ਨਾਲ ਆਪਣੇ ਜ਼ਿਆਦਾਤਰ ਸਥਾਈ ਨਿਵਾਸੀਆਂ ਨੂੰ ਸੱਦਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇੱਕ CIC ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2024 ਵਿੱਚ ਇਹ ਟੀਚਾ 4,50,000 ਤੋਂ ਵੱਧ ਹੋ ਜਾਵੇਗਾ। ਪਿਛਲੇ ਮਹੀਨੇ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੁਝ ਰਾਜਾਂ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਰਿਕਾਰਡ ਉੱਚੀਆਂ ਤੱਕ ਪਹੁੰਚ ਗਈਆਂ ਨੇ। ਐਲਬਰਟਾ ਅਤੇ ਓਨਟਾਰੀਓ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਹਰੇਕ ਨੌਕਰੀ ਲਈ ਔਸਤਨ 1.1 ਬੇਰੁਜ਼ਗਾਰ ਲੋਕ ਮਾਰਚ ਵਿੱਚ 1.2 ਅਤੇ 1 ਸਾਲ ਪਹਿਲਾਂ ਨਾਲੋਂ 2.4 ਘੱਟ ਹਨ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਹਰ ਖਾਲੀ ਨੌਕਰੀ ਲਈ ਲਗਭਗ 4 ਬੇਰੁਜ਼ਗਾਰ ਲੋਕ ਸਨ। ਉਸਾਰੀ ਖੇਤਰ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਦੀ ਗਿਣਤੀ ਅਪ੍ਰੈਲ ਵਿੱਚ 99,900 ਦੇ ਨਵੇਂ ਉੱਚੇ ਪੱਧਰ ਤੇ ਪਹੁੰਚ ਗਈ, ਜੋ ਮਾਰਚ ਤੋਂ 5.4% ਅਤੇ ਪਿਛਲੇ ਅਪ੍ਰੈਲ ਤੋਂ ਲਗਭਗ 45% ਵੱਧ ਸੀ। ਪੇਸ਼ੇਵਰ, ਵਿਗਿਆਨਿਕ ਅਤੇ ਤਕਨੀਕੀ ਸੇਵਾਵਾਂ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਵੀ ਰਿਕਾਰਡ ਉਚਾਈਆਂ ਤੇ ਪਹੁੰਚ ਗਈਆਂ, ਜਿਨ੍ਹਾਂ ਵਿੱਚ ਆਵਾਜਾਈ ਅਤੇ ਸਟੋਰੇਜ, ਵਿੱਤ ਅਤੇ ਬੀਮਾ, ਮਨੋਰੰਜਨ ਅਤੇ ਰੀਅਲ ਐਸਟੇਟ ਦੇ ਖੇਤਰ ਸ਼ਾਮਿਲ ਹਨ। ਕੈਨੇਡਾ ਦਾ ਲੇਬਰ ਬਾਜ਼ਾਰ ਇਸ ਸਾਲ ਕਾਫੀ ਸੁੰਗੜ ਗਿਆ ਕਿਉਂਕਿ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਰਕਫੋਰਸ ਛੱਡ ਦਿੱਤਾ ਹੈ ਅਤੇ ਬਹੁਤ ਘੱਟ ਲੋਕ ਵਰਕਫੋਰਸ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ। ਦੂਜੇ ਪਾਸੇ ਦੇਸ਼ ਵਿੱਚ ਲਗਭਗ 10 ਲੱਖ ਨੌਕਰੀਆਂ ਦੀਆਂ ਅਸਾਮੀਆਂ ਹਨ, ਖਾਸ ਕਰਕੇ ਗਰਮੀਆਂ ਦੀਆਂ ਨੌਕਰੀਆਂ। CIC ਨਿਊਜ਼ ਨੇ ਹਵਾਲਾ ਦਿੱਤਾ ਕਿ ਕੈਨੇਡਾ ਵਿੱਚ 9 ਮਿਲੀਅਨ ਬੇਬੀ ਬੂਮਰ ਇਸ ਦਹਾਕੇ ਵਿੱਚ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚਣ ਲਈ ਤਿਆਰ ਹਨ। ਇੱਕ ਤਾਜ਼ਾ RBC ਸਰਵੇਖਣ ਨੇ ਸੁਝਾਅ ਦਿੱਤਾ ਕਿ 1/3 ਕੈਨੇਡੀਅਨ ਜਲਦੀ ਰਿਟਾਇਰ ਹੋ ਰਹੇ ਨੇ ਅਤੇ 10 ਵਿੱਚੋਂ 3 ਪ੍ਰੀ ਰਿਟਾਇਰ ਮਹਾਮਾਰੀ ਕਾਰਨ ਆਪਣੀ ਰਿਟਾਇਰਮੈਂਟ ਤਾਰੀਖਾਂ ਨੂੰ ਬਦਲ ਰਹੇ ਹਨ। ਇਸ ਦੌਰਾਨ ਜਨਨ ਦਰ 2020 ਵਿੱਚ ਪ੍ਰਤੀ ਔਰਤ 1.4 ਬੱਚੇ ਦੇ ਰਿਕਾਰਡ ਹੇਠਲੇ ਪੱਧਰ ਤੇ ਆ ਗਈ ਹੈ। 7 ਅਗਸਤ ਨੂੰ ਹੋਣ ਜਾ ਰਹੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ਤੇ। ਔਰਤਾਂ ਵਿੱਚ ਭਾਰੀ ਉਤਸ਼ਾਹ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਨਾਨ ਪ੍ਰੋਫਿਟ ਵੱਲੋਂ ਪਿਛਲੇ 15 ਸਾਲਾਂ ਤੋਂ ਐਲਕ ਗਰੋਵ ਪਾਰਕ ਵਿੱਚ ਕਰਵਾਈਆਂ ਜਾ ਰਹੀਆਂ ਤੀਆਂ ਲਈ ਵੈਬਸਾਈਟ ਲਾਂਚ ਕਰ ਦਿੱਤੀ ਗਈ ਹੈ। ਇਸ ਵੈਬਸਾਈਟ ਦਾ ਐਡਰੈਸ www.elkgrovethiyan.com ਹੈ। ਤੀਆਂ ਤੀਜ ਦੀਆਂ ਨਾਂ ਹੇਠ ਮਨਾਇਆ ਜਾਂਦਾ ਇਹ ਤੀਆਂ ਦਾ ਮੇਲਾ ਇਸ ਵਾਰ 7 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਐਲਕ ਗਰੋਵ ਰੀਜਨਲ ਪਾਰਕ ਦੇ ਖੁੱਲ੍ਹੇ ਮੈਦਾਨ ਵਿੱਚ ਲੱਗਣ ਵਾਲੀਆਂ ਇਹਨਾਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਇਹਨਾਂ ਤੀਆਂ ਲਈ ਔਰਤਾਂ ਅਤੇ ਲੜਕੀਆਂ ਨੇ ਗਿੱਧਿਆਂ ਦੀ ਰਿਹਰਸਲ ਸ਼ੁਰੂ ਕਰ ਦਿੱਤੀ ਹੈ। ਇਹਨਾਂ ਤੀਆਂ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੈਲੀਫੋਰਨੀਆ ਵਿੱਚ ਕੋਵਿਡ ਮਹਾਮਾਰੀ ਤੋਂ ਬਾਅਦ ਲੱਗਣ ਵਾਲੀਆਂ ਸਭ ਤੋਂ ਵੱਡੀਆਂ ਇਹਨਾਂ ਤੀਆਂ ਵਿੱਚ ਇਸ ਵਾਰ ਭਾਰੀ ਗਿਣਤੀ ਵਿੱਚ ਔਰਤਾਂ ਦੇ ਪਹੁੰਚਣ ਦੀ ਉਮੀਦ ਹੈ। ਇਹਨਾਂ ਤੀਆਂ ਵਿੱਚ ਗਿੱਧੇ, ਬੋਲੀਆਂ, ਸੁਹਾਗ, ਘੋੜੀਆਂ, DJ, ਸਕਿੱਟਾਂ ਤੋਂ ਇਲਾਵਾ ਹੋਰ ਵੀ ਰੰਗਾਰੰਗ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਕੈਲੀਫੋਰਨੀਆ ਭਰ ਤੋਂ ਵੈਂਡਰਾਂ ਵੱਲੋਂ ਇੱਥੇ ਕੱਪੜੇ, ਦੇਸੀ ਜੁੱਤੀਆਂ, ਗਹਿਣੇ, ਮਹਿੰਦੀ ਆਦਿ ਦੇ ਸਟਾਲ ਲਗਾਏ ਜਾਂਦੇ ਨੇ। ਇਹ ਤੀਆਂ ਦਾ ਮੇਲਾ ਕੇਵਲ ਔਰਤਾਂ ਲਈ ਹੁੰਦਾ ਹੈ ਅਤੇ ਇਸ ਵਿੱਚ ਕੋਈ ਟਿਕਟ ਨਹੀਂ ਰੱਖੀ ਜਾਂਦੀ। ਐਂਟਰੀ ਬਿਲਕੁਲ ਮੁਫਤ ਹੁੰਦੀ ਹੈ। ਰੈਫਰਲ ਇਨਾਮ ਵੀ ਕੱਢੇ ਜਾਂਦੇ ਨੇ। ਠੰਡੇ ਮਿੱਠੇ ਪਾਣੀ ਦੀ ਮੁਫਤ ਛਬੀਲ ਲਾਈ ਜਾਂਦੀ ਹੈ। ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲ ਵੀ ਲੱਗਦੇ ਨੇ। ਇਹਨਾਂ ਤੀਆਂ ਲਈ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਸ ਵਾਰ ਇਹ ਤੀਆਂ CSD ਦੇ ਸਹਿਯੋਗ ਨਾਲ ਲਗਾਈਆਂ ਜਾ ਰਹੀਆਂ ਨੇ। ਹੋਰ ਜਾਣਕਾਰੀ ਲਈ ਅਤੇ ਸਟਾਲ ਬੁੱਕ ਕਰਵਾਉਣ ਲਈ 916300 944 ਅਤੇ ਟੀਮ ਐਂਟਰੀ ਕਰਵਾਉਣ ਲਈ 916240
6969 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਮਰੀਕਾ ਸਦਨ ਦੀ ਪ੍ਰਧਾਨ ਨੈਂਸੀ ਪੋਲੇਸੀ ਮੰਗਲਵਾਰ ਨੂੰ ਮਲੇਸ਼ੀਆ ਤੋਂ ਤਾਈਵਾਨ ਪਹੁੰਚ ਗਈ ਹੈ। ਇਸ ਦੌਰੇ ਨੇ ਬੀਜਿੰਗ ਦੇ ਨਾਲ ਅਮਰੀਕਾ ਦੇ ਤਣਾਅ ਨੂੰ ਵਧਾ ਦਿੱਤਾ ਹੈ, ਜੋ ਕਿ ਸਵੈ ਸ਼ਾਸਨ ਵਾਲੇ ਟਾਪੂ ਨੂੰ ਆਪਣੇ ਖੇਤਰ ਵਜੋਂ ਦਾਅਵਾ ਕਰਦਾ ਹੈ। ਮਲੇਸ਼ੀਆ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪੋਲੇਸੀ ਅਤੇ ਉਹਨਾਂ ਦੇ ਵਫਦ ਨੂੰ ਲੈ ਕੇ ਜਹਾਜ਼ ਨੇ ਥੋੜੇ ਸਮੇਂ ਦੇ ਰੁਕਣ ਤੋਂ ਬਾਅਦ ਮਲੇਸ਼ੀਆ ਦੇ ਹਵਾਈ ਸੈਨਾ ਦੇ ਬੇਸ ਤੋਂ ਉਡਾਣ ਭਰੀ, ਜਿਸ ਵਿੱਚ ਪ੍ਰਧਾਨ ਮੰਤਰੀ ਇਸਮਾਇਲ ਸਾਬਰੀ ਯਾਕੂਬ ਨਾਲ ਦੁਪਹਿਰ ਦਾ ਖਾਣਾ ਸ਼ਾਮਿਲ ਸੀ। ਨੈਂਸੀ ਪੋਲੇਸੀ ਇਸ ਹਫ਼ਤੇ ਏਸ਼ੀਆਈ ਦੌਰੇ ਤੇ ਨੇ। ਉਸ ਦੀ ਯਾਤਰਾ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਕਿ ਕੀ ਉਹ ਤਾਈਵਾਨ ਦੇ ਦੌਰੇ ਵਿਰੁੱਧ ਚੀਨ ਦੀਆਂ ਚੇਤਾਵਨੀਆਂ ਨੂੰ ਰੱਦ ਕਰੇਗੀ ਜਾਂ ਨਹੀਂ। 25 ਸਾਲਾਂ ਤੋਂ ਵੱਧ ਸਮੇਂ ਵਿੱਚ ਯਾਤਰਾ ਕਰਨ ਵਾਲੀ ਸਭ ਤੋਂ ਉੱਚ ਦਰਜੇ ਦੀ ਚੁਣੀ ਹੋਈ ਅਮਰੀਕੀ ਅਧਿਕਾਰੀ ਬਣ ਗਈ। ਚੀਨ ਦੀ ਧਮਕੀ ਨੂੰ ਦੇਖਦੇ ਹੋਏ ਅਮਰੀਕੀ ਜਲ ਸੈਨਾ ਨੇ ਤਾਈਵਾਨ ਜਲਡ ਮਰੂ ਦੇ ਪੂਰਬ ਦੇ ਵਿੱਚ 4 ਜੰਗੀ ਬੇੜੇ ਅਤੇ 에ਅਰਕ੍ਰਾਫਟ ਕੈਰੀਅਰਸ ਨੂੰ ਉਤਾਰਿਆ। ਹਾਲਾਂਕਿ ਅਮਰੀਕਾ ਨੇ ਇਸ ਨੂੰ ਰੂਟੀਨ ਦੱਸਿਆ। ਇਸ ਦੇ ਨਾਲ ਹੀ ਅਮਰੀਕਾ ਨੇ ਜੈਟ ਜਹਾਜ਼ ਵੀ ਭੇਜੇ ਨੇ। ਇਸ ਦੇ ਨਾਲ ਹੀ ਚੀਨ ਨੇ ਅਮਰੀਕਾ ਨੂੰ ਨਤੀਜੇ ਦੀ ਚੇਤਾਵਨੀ ਦਿੰਦੇ ਹੋਏ ਤਾਈਵਾਨ ਜਲਡ ਮਰੂ ਨੇੜੇ ਲੜਾਕੂ ਜਹਾਜ਼ ਤਾਇਨਾਤ ਕੀਤੇ ਨੇ। ਪੋਲੇਸੀ ਦੇ ਦੌਰੇ ਦੌਰਾਨ ਆਸੀਆਨ ਵਿੱਚ ਚੀਨੀ ਰਾਜਦੂਤ ਡੇਂਗ ਜ਼ਿयांग ਨੇ ਕਿਹਾ ਕਿ ਚੀਨ 2 ਅਗਸਤ ਤੋਂ 6 ਅਗਸਤ ਤੱਕ ਦੱਖਣੀ ਚੀਨ ਸਾਗਰ ਵਿੱਚ ਫੌਜੀ ਅਭਿਆਸ ਕਰੇਗਾ। ਰੂਸ ਨੇ ਮੰਗਲਵਾਰ ਨੂੰ ਸੰਯੁਕਤ ਰਾਜ ਨੂੰ ਚੇਤਾਵਨੀ ਦਿੱਤੀ ਕਿ ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਦੀ ਤਾਈਵਾਨ ਯਾਤਰਾ ਇਸ ਨੂੰ ਚੀਨ ਨਾਲ ਟਕਰਾਅ ਦੇ ਰਾਹ ਤੇ ਪਾ ਦੇਵੇਗੀ ਅਤੇ ਖੇਤਰ ਵਿੱਚ ਤਣਾਅ ਨੂੰ ਵਧਾਏਗੀ। ਅਮਰੀਕਾ ਨੇ ਰੂਸ ਦੇ ਕੁਲੀਨ ਵਰਗ ਨੂੰ ਨਿਸ਼ਾਨਾ ਬਣਾਉਂਦਿਆਂ ਨਵੀਆਂ ਪਾਬੰਦੀਆਂ ਲਾਈਆਂ ਨੇ। ਨਵੀਆਂ ਪਾਬੰਦੀਆਂ ਦੇ ਦਾਇਰੇ ਵਿੱਚ ਸ਼ਾਮਿਲ ਲੋਕਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਥਿਤ ਗਰਲਫ੍ਰੈਂਡ ਵੀ ਸ਼ਾਮਿਲ ਹੈ। ਅਮਰੀਕਾ ਦੇ ਵਿੱਤ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਸਾਬਕਾ ਓਲੰਪਿਕ ਜਿਮਨਾਸਟ ਅਤੇ ਸਟੇਟ ਡਿਊਮਾ ਰੂਸੀ ਸੰਸਦ ਦਾ ਹੇਠਲਾ ਸਦਨ ਦੀ ਸਾਬਕਾ ਮੈਂਬਰ ਅਲੀਨਾ ਕਾਬੋਵਾ ਦਾ ਵੀਜ਼ਾ ਫਰੀਜ਼ ਕਰ ਦਿੱਤਾ ਹੈ ਅਤੇ ਉਹਨਾਂ ਦੀ ਜਾਇਦਾਦ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਕਾਬੋਵਾ ਰੂਸ ਦੀ ਇੱਕ ਮੀਡੀਆ ਦੀ ਮੁਖੀ ਵੀ ਹੈ ਜੋ ਯੂਕਰੇਨ ਤੇ ਰੂਸੀ ਹਮਲਾਵਰ ਦਾ ਸਮਰਥਨ ਕਰਦੀ ਹੈ। ਪੁਤਿਨ ਦੇ ਜੇਲ੍ਹ ਵਿੱਚ ਬੰਦ ਆਲੋਚਕ ਅਲੈਕਸੀ ਨਾਵਲਨੀ ਲੰਬੇ ਸਮੇਂ ਤੋਂ ਕਾਬੋਵਾ ਵਿਰੁੱਧ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਕਾਬੋਵਾ ਵੀ ਮੀਡੀਆ ਕੰਪਨੀ ਨੇ ਯੂਕਰੇਨ ਤੇ ਰੂਸੀ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਟਿੱਪਣੀ ਨੂੰ ਮਾੜੇ ਪ੍ਰਚਾਰ ਦੀ ਮੁਹਿੰਮ ਦੇ ਰੂਪ ਵਿੱਚ ਵਰਣਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਬ੍ਰਿਟੇਨ ਨੇ ਮਈ ਵਿੱਚ ਕਾਬੋਵਾ ਵਿਰੁੱਧ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਸੀ। ਉੱਥੇ ਯੂਰੋਪੀਅਨ ਯੂਨੀਅਨ ਨੇ ਜੂਨ ਵਿੱਚ ਉਹਨਾਂ ਤੇ ਯਾਤਰਾ ਅਤੇ ਜਾਇਦਾਦ ਸੰਬੰਧੀ ਪਾਬੰਦੀ ਲਾਉਣ ਦਾ ਐਲਾਨ ਵੀ ਕੀਤਾ ਸੀ। ਅਮਰੀਕਾ ਦੇ ਵਿੱਤ ਵਿਭਾਗ ਨੇ ਐਂਡਰੀ ਗ੍ਰਿਗੋਰੀਵਿਚ ਗੁਰੇਵ ਤੇ ਵੀ ਪਾਬੰਦੀ ਲਾਈ ਹੈ ਜੋ ਵਿਟਨਹਰਸਟ ਐਸਟੇਟ ਦੇ ਮਾਲਕ ਹਨ। ਅਮਰੀਕਾ ਨੇ ਪੂਰਬੀ ਏਸ਼ੀਆ ਵਿੱਚ ਸਪਲਾਈ ਲਈ ਲੱਖਾਂ ਡਾਲਰ ਮੁੱਖ ਦੇ ਇਰਾਨੀ ਤੇਲ ਦੀ ਨਾਜਾਇਜ਼ ਵਿਕਰੀ ਦੇਣ ਦੇ ਦੋਸ਼ ਵਿੱਚ ਸੰਯੁਕਤ ਅਰਬ ਅਮੀਰਾਤ ਸਥਿਤ ਇੱਕ ਫਰਮ ਅਤੇ ਕਈ ਏਸ਼ੀਆਈ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ। ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਸੋਮਵਾਰ ਨੂੰ ਇਰਾਨੀ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿੱਚ ਮਦਦ ਦੇਣ ਲਈ UAE ਆਧਾਰਿਤ ਬਲੂ ਕੈਟਸ ਹੈਵੀ ਇਕਵਿਪਮੈਂਟ ਐਂਡ ਮਸ਼ੀਨਰੀ ਸਪੇਅਰ ਪਾਰਟਸ ਟ੍ਰੇਡਿੰਗ ਕੰਪਨੀ ਤੇ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਹਾਂਗਕਾਂਗ ਸਥਿਤ ਫਾਰਵੈਲ ਕੈਨੀਅਨ HK ਲਿਮਟਿਡ, ਸੇਕੂਫੇਈ ਇੰਟਰਨੈਸ਼ਨਲ ਟ੍ਰੇਡਿੰਗ ਕੰਪਨੀ ਲਿਮਟਿਡ ਅਤੇ PZNFR ਟ੍ਰੇਡਿੰਗ ਲਿਮਟਿਡ ਵੀ ਉਹਨਾਂ ਕੰਪਨੀਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ ਇਰਾਨੀ ਤੇਲ ਦੀ ਵਿਕਰੀ ਵਿੱਚ ਮਦਦ ਨੂੰ ਲੈ ਕੇ ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਪਾਬੰਦੀਆਂ ਲਾਈਆਂ ਗਈਆਂ ਹਨ। ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਸਮਝੌਤੇ ਵਿੱਚ ਦੁਬਾਰਾ ਸ਼ਾਮਿਲ ਹੋਣ ਦੀਆਂ ਕੋਸ਼ਿਸ਼ਾਂ ਵਿਚਾਲੇ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਮਈ 2018 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਪਰਮਾਣੂ ਸਮਝੌਤੇ ਨੂੰ ਹਟਣ ਦਾ ਐਲਾਨ ਕੀਤਾ ਸੀ। ਦਿੱਲੀ ਵਿੱਚ ਸ਼ਰਾਬ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਜਾਣ ਤੋਂ ਬਾਅਦ ਇੱਥੇ ਸ਼ਰਾਬ ਦੀਆਂ ਕੁਝ ਨਿੱਜੀ ਦੁਕਾਨਾਂ ਬੰਦ ਹੋ ਸਕਦੀਆਂ ਨੇ। ਇਸ ਕਾਰਨ ਕੌਮੀ ਰਾਜਧਾਨੀ ਵਿੱਚ ਸ਼ਰਾਬ ਮਿਲਣ ਤੇ ਬੇਯਕੀਨੀ ਬਣੀ ਹੋਈ ਹੈ। ਹਾਲਾਂਕਿ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਰਕਾਰ ਐਤਵਾਰ ਦੇਰ ਰਾਤ ਨੂੰ ਨੋਟੀਫਿਕੇਸ਼ਨ ਲਿਆ ਸਕਦੀ ਹੈ। ਇਸ ਨਾਲ ਅਗਸਤ ਦੇ ਅਖੀਰ ਤੱਕ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਦਿੱਲੀ ਵਿੱਚ ਸ਼ਰਾਬ ਦੀਆਂ ਕਈ ਦੁਕਾਨਾਂ ਵਿੱਚ ਕੀਮਤਾਂ ਵਿੱਚ ਛੋਟ ਦੇ ਕੇ ਅਤੇ ਇੱਕ ਦੇ ਨਾਲ 2 ਮੁਫਤ ਵਰਗੀਆਂ ਕਈ ਯੋਜਨਾਵਾਂ ਪੇਸ਼ ਕਰਕੇ ਪਹਿਲਾ ਸਟਾਕ ਖਤਮ ਕੀਤਾ ਗਿਆ ਹੈ ਅਤੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਲక్ష్ਮੀ ਨਗਰ ਵਿੱਚ ਸ਼ਰਾਬ ਦੀ ਇੱਕ ਦੁਕਾਨ ਦੇ ਪ੍ਰਬੰਧਕ ਨੇ ਕਿਹਾ ਕਿ ਅਜੇ ਥੋੜੀ ਹੋਰ ਸ਼ਰਾਬ ਤੇ ਬੀਅਰ ਮੁਹੱਈਆ ਹੈ ਅਤੇ ਲੋਕ ਜਿੰਨਾ ਹੋ ਸਕਦਾ ਉਹਨਾਂ ਲੈਣ ਲਈ ਆ ਰਹੇ ਨੇ। ਜਿਹੜੇ ਲੋਕ ਕਿਸੇ ਵਿਸ਼ੇਸ਼ ਬ੍ਰਾਂਡ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਖਾਲੀ ਹੱਥ ਵਾਪਸ ਹੀ ਜਾਣਾ ਪਿਆ ਹੈ। ਦਿੱਲੀ ਦੇ ਸ਼ੇਖ ਸਰਾਏ ਵਿੱਚ ਸ਼ਰਾਬ ਦੀ ਇੱਕ ਬੰਦ ਦੁਕਾਨ ਦੇ ਬਾਹਰ ਗਾਹਕ ਵਿਵੇਕ ਨੇ ਕਿਹਾ
ਕਿ ਸ਼ਨੀਵਾਰ ਨੂੰ ਭੀੜ ਜ਼ਿਆਦਾ ਸੀ, ਪਰ ਦੁਕਾਨਾਂ ਤੇ ਸ਼ਰਾਬ ਖਤਮ ਹੋਣ ਕਾਰਨ ਗਾਹਕ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਤੇ ਫਰੀਦਾਬਾਦ ਜਾ ਰਹੇ ਹਨ। ਮਯੂਰ ਵਿਹਾਰ ਐਕਸਟੈਂਸ਼ਨ ਦੇ ਇੱਕ ਬੈਂਕ ਮੁਲਾਜ਼ਮ ਨੇ ਕਿਹਾ ਕਿ ਉਸ ਨੂੰ ਆਪਣਾ ਮਨਪਸੰਦ ਬ੍ਰਾਂਡ ਨੇੜੇ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਸੀ, ਪਰ ਹੁਣ ਸਟਾਕ ਖਤਮ ਹੋ ਗਿਆ ਹੈ। ਇੱਕ ਸਰਕਾਰੀ ਸੂਤਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਨੇ ਪੁਰਾਣੀ ਆਬਕਾਰੀ ਨੀਤੀ ਲਾਗੂ ਕਰਨ ਅਤੇ ਆਪਣੀਆਂ ਏਜੰਸੀਆਂ ਦੇ ਮਾਧਿਅਮ ਰਾਹੀਂ ਦੁਕਾਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਪ੍ਰਕਿਰਿਆ ਨਾਲ ਸ਼ਰਾਬ ਦੀ ਕਮੀ ਹੋ ਸਕਦੀ ਹੈ ਕਿਉਂਕਿ ਨਵੀਆਂ ਦੁਕਾਨਾਂ ਖੁੱਲ੍ਹਣ ਵਿੱਚ ਕਈ ਦਿਨ ਲੱਗਣਗੇ। ਦਿੱਲੀ ਸਰਕਾਰ ਨੇ ਪੁਰਾਣੀ ਆਬਕਾਰੀ ਨੀਤੀ ਮੁੜ ਲਾਗੂ ਕਰਨ ਅਤੇ 6 ਮਹੀਨੇ ਤੱਕ ਖੁਦ ਦੁਕਾਨਾਂ ਚਲਾਉਣ ਦਾ ਫੈਸਲਾ ਸ਼ਨੀਵਾਰ ਨੂੰ ਲਿਆ ਸੀ। ਆਬਕਾਰੀ ਨੀਤੀ 2021-22 ਤਹਿਤ ਸ਼ਹਿਰ ਵਿੱਚ 468 ਦੁਕਾਨਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਲਾਇਸੈਂਸ 31 ਜੁਲਾਈ ਤੱਕ ਹੀ ਵੈਲਿਡ ਸੀ। ਜਲੰਧਰ ਦੇ ਖਾਂਬਰਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਇੱਕ ਕੁੜੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਦੇ ਖਾਂਬਰਾ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਦੇ ਸਮੇਂ ਜਦੋਂ ਸੇਵਾਦਾਰ ਉੱਥੇ ਮੌਜੂਦ ਸੀ ਤਾਂ ਇਸੇ ਦੌਰਾਨ ਇੱਕ 19 ਸਾਲਾ ਕਰੀਬ ਕੁੜੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਉੱਤੇ ਸੇਵਾਦਾਰ ਨੇ ਉਸ ਨੂੰ ਹੱਥੋਂ ਫੜ ਲਿਆ। ਕੁੜੀ ਨੂੰ ਮੌਕੇ ਉੱਤੇ ਫੜਨ ਉਪਰੰਤ ਉਸ ਤੋਂ ਪੁੱਛਗਿੱਛ ਕੀਤੀ ਗਈ। ਕੁੜੀ ਨੇ ਆਪਣਾ ਨਾਮ ਪੂਨਮ ਦੱਸਿਆ ਅਤੇ ਕਿਹਾ ਕਿ ਉਹ ਮੁੰਬਈ ਤੋਂ ਆਈ ਹੈ। ਅੱਗੇ ਦੱਸਿਆ ਕਿ ਉਸ ਦੇ ਨਾਲ 4 ਕੁੜੀਆਂ ਹੋਰ ਹਨ। ਉੱਥੇ ਹੀ ਸੇਵਾਦਾਰ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਅਤੇ ਵਾਰ-ਵਾਰ ਵੱਖਰੀ ਜਾਣਕਾਰੀ ਦੇ ਰਹੀ ਹੈ। ਫਿਲਹਾਲ ਇਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਉਹਨਾਂ ਵੱਲੋਂ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਸਾਲ ਕ੍ਰਿਸਮਸ ਮੌਕੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 20 ਸਾਲਾ ਬ੍ਰਿਟਿਸ਼ ਸਿੱਖ ਤੇ ਮੰਗਲਵਾਰ ਨੂੰ ਦੇਸ਼ ਧਰੋਹ ਦਾ ਦੋਸ਼ ਲਾਇਆ ਗਿਆ ਹੈ। ਸਾਊਥਹੈਂਪਟਨ ਦੇ ਵਸਨੀਕ ਜਸਵੰਤ ਸਿੰਘ ਚਹਿਲ ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਚਹਿਲ ਆਪਣੇ ਆਪ ਨੂੰ ਇੱਕ ਭਾਰਤੀ ਸਿੱਖ ਦੱਸਦਾ ਅਤੇ ਕਹਿੰਦਾ ਹੈ ਕਿ ਉਹ 1919 ਦੇ ਜਲਿਆਂਵਾਲੇ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ। ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ 17 ਅਗਸਤ ਨੂੰ ਲੰਡਨ ਵਿੱਚ ਵੈਸਟਮਿਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਬਲ ਨੇ ਕਿਹਾ ਕਿ ਜਸਵੰਤ ਦੇ ਇਹ ਦੋਸ਼ ਮੈਟਰੋਪੋਲੀਟਨ ਪੁਲਿਸ ਦੀ ਅੱਤਵਾਦ ਰੋਕੂ ਕਮਾਂਡ ਦੁਆਰਾ ਜਾਂਚ ਤੋਂ ਬਾਅਦ ਲਗਾਏ ਗਏ ਨੇ। ਚਹਿਲ ਤੇ 1842 ਦੇ ਦੇਸ਼ ਧਰੋਹ ਐਕਟ ਦੀ ਧਾਰਾ 2 ਰਾਣੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਥਿਆਰ ਜਾਂ ਕਿਸੇ ਵੀ ਘਾਤਕ ਵਸਤੂ ਨੂੰ ਰੱਖਣਾ ਜਾਂ ਨਿਸ਼ਾਨਾ ਰੱਖਣਾ ਦੇ ਤਹਿਤ ਦੋਸ਼ ਲਗਾਇਆ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਤੇ ਅਮਰਵੇਲ ਵਾਂਗ ਵਧਾਏ ਸਪੋਰਟਸ ਫੰਡ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬ੍ਰੇਕਾਂ ਲਗਾ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਗਿਆ ਹੈ। ਰੈਕੋਗਨਾਈਜ਼ਡ ਅਤੇ ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਪੰਜਾਬ ਪ੍ਰਾਈਵੇਟ ਐਫੀਲੀਏਟਿਡ ਸਕੂਲਾਂ ਤੋਂ ਤਰ੍ਹਾਂ ਦੇ ਵਸੂਲੇ ਜਾਣ ਵਾਲੇ ਫੰਡਾਂ ਵਿੱਚ ਅਥਾਹ ਬੇਲੋੜਾ ਆਰਥਿਕ ਬੋਝ ਪਾਉਂਦਾ ਆ ਰਿਹਾ ਹੈ। ਤਾਜ਼ਾ ਹੁਕਮ ਨਿੱਜੀ ਸਕੂਲਾਂ ਨੂੰ ਸਪੋਰਟਸ ਫੰਡ ਦੇ ਨਾਂ ਤੇ ਜਜੀਆ ਟੈਕਸ ਵਸੂਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਸਿਰਫ ਨਿੱਜੀ ਸਕੂਲਾਂ ਤੋਂ ਹੀ ਵਸੂਲਿਆ ਜਾਂਦਾ ਹੈ। ਡਾਕਟਰ ਧੂਰੀ ਅਤੇ ਯੂਕੇ ਨੇ ਦੱਸਿਆ ਕਿ ਮਾਨਯੋਗ ਸੁਧੀਰ ਮਿੱਤਲ ਦੀ ਅਦਾਲਤ ਵੱਲੋਂ ਦਲੀਲਾਂ ਸੁਣਨ ਤੋਂ ਬਾਅਦ ਇਹਨਾਂ ਹੁਕਮਾਂ ਦੇ ਸਟੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲ ਸਿੱਖਿਆ ਸਕੱਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮੋਸ਼ਨ ਆਫ ਆਰਡਰ ਜਾਰੀ ਕੀਤਾ ਗਿਆ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜਾਲ ਤੋਂ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ, ਪਰ ਅੱਜ ਦਾ ਨੌਜਵਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਹੈ। ਅੱਜ ਦਾ ਨੌਜਵਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗੀ ਪੱਗ ਬੰਨਣ ਦਾ ਸ਼ੌਕ ਤਾਂ ਰੱਖਦਾ ਹੈ, ਪਰ ਸਰਦਾਰ ਭਗਤ ਸਿੰਘ ਵਰਗੇ ਵਿਚਾਰਾਂ ਤੋਂ ਉਹ ਕੋਹਾਂ ਦੂਰ ਭੱਜਦਾ ਹੈ। ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਆਪਣੇ ਦੇਸ਼ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਦੀ ਜੀਵਨੀ ਅਤੇ ਉਹਨਾਂ ਵੱਲੋਂ ਕੀਤੇ ਕਾਰਜਾਂ ਬਾਰੇ ਨਾ ਸਿਰਫ ਚਾਨਣਾ ਹੀ ਪਾਈਏ, ਬਲਕਿ ਉਹਨਾਂ ਦੇ ਵਿਚਾਰਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਵੀ ਬਣਾਈਏ ਅਤੇ ਆਪਣੇ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਸਾਹਮਣਾ ਕਰੀਏ। ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਸੈਕਰਾਮੈਂਟੋ ਵੱਲੋਂ ਸ਼ਹੀਦ ਊਧਮ ਸਿੰਘ ਦੇ 83ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਕਨਵੈਨਸ਼ਨ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤੀ, ਜਦਕਿ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਐਲਕ ਗਰੋਵ ਸਿਟੀ ਦਾ ਮੇਅਰ ਬੌਬੀ ਸਿੰਘ ਐਲਨ, ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਾਰਨੀ ਥੀਨ ਹੋ, CSD ਦੇ ਡਾਇਰੈਕਟਰ ਰੌਡ ਬਰਿਓਰ ਅਤੇ ਫੋਲਸਮ ਸਿਟੀ ਦੇ ਕੌਂਸਲ ਮੈਂਬਰ YK ਚੈਲਮ ਚੇਰਲਾ ਨੇ ਵੀ ਆਪਣੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀ, ਲੇਖਕ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਮਾਗਮ ਤੋਂ ਪਹਿਲਾਂ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਗਦਰੀ ਬਾਬੇ ਮੌਲਵੀ ਮੁਹੰਮਦ ਬਰਕਤ ਉੱਲਾ ਦੀ ਮਜ਼ਾਰ ਤੇ ਗਏ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਨਵੈਨਸ਼ਨ ਦਾ ਉਦਘਾਟਨ ਡਾਕਟਰ ਗੁਰਦੇਵ ਖੁਸ਼ ਨੇ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਸਾਂਝੇ ਕੀਤੇ, ਉੱਥੇ ਹੀ ਕੈਲੀਫੋਰਨੀਆ ਦੀ ਧਰਤੀ ਤੇ ਆਏ ਗਦਰੀ ਬਾਬਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੰਸਥਾ ਦੇ ਮੋਢੀ ਚਰਨ ਸਿੰਘ ਜੱਜ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਗਿੱਲ ਨੇ ਐਸੋਸੀਏਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਸੋਸੀਏਸ਼ਨ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ ਅਤੇ ਅੱਜ ਤੱਕ ਇਸ ਐਸੋਸੀਏਸ਼ਨ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ। ਸਟੇਜ ਸੰਚਾਲਨ ਜਨਕ ਰਾਜ ਸਿੱਧਰਾ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਵੀ ਗਾਈਆਂ ਗਈਆਂ। ਬੁਲਾਰਿਆਂ ਨੇ ਆਪੋ ਆਪਣੇ ਲਫ਼ਜ਼ਾਂ ਰਾਹੀਂ ਬਿਆਨ ਕੀਤਾ ਕਿ ਕਿਵੇਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜਾਲ ਤੋਂ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ। ਪਰ ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਉੱਪਰ ਚਿੰਤਾ ਵੀ ਪ੍ਰਗਟਾਈ ਕਿ ਅੱਜ ਦਾ ਨੌਜਵਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਹੈ। ਇਸ ਮੌਕੇ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਆਪਣੇ ਯੋਗਦਾਨ ਪਾਏ, ਜਿਨ੍ਹਾਂ ਵਿੱਚ ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ, ਕੋਹਿਨੂਰ ਕਲੱਬ, ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ, ਐਲਕ ਗਰੋਵ ਪਾਰਕ ਧੀਆਂ, ਯੂਬਾ ਸਿਟੀ ਧੀਆਂ ਅਤੇ ਸੀਨੀਅਰ ਸਿਟੀਜ਼ਨ ਗਰੁੱਪ ਵੀ ਸ਼ਾਮਿਲ ਸਨ। ਸੰਸਥਾ ਵੱਲੋਂ ਇਸ ਮੌਕੇ ਗਦਰੀ ਬਾਬਿਆਂ ਨੂੰ ਸਮਰਪਿਤ ਸੋਵੀਨੀਅਰ ਵੀ ਰਿਲੀਜ਼ ਕੀਤਾ ਗਿਆ, ਜਿਸ ਵਿਚਲੇ ਲੇਖ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਇਤਿਹਾਸ ਬਣਨਗੇ। ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਮਾਗਮ ਨੂੰ ਕਾਮਯਾਬ ਕੀਤਾ। ਇਹਨਾਂ ਵਿੱਚ ਗੁਲਿੰਦਰ ਗਿੱਲ, ਚਰਨ ਸਿੰਘ ਜੱਜ, ਗੁਰਦੀਪ ਸਿੰਘ ਗਿੱਲ, ਬਲਵਿੰਦਰ ਡੁਲਗੂ, ਜਨਕ ਰਾਜ ਸਿੱਧਰਾ, ਗੁਰਜਤਿੰਦਰ ਸਿੰਘ ਰੰਧਾਵਾ, ਕੁਲਜੀਤ ਸਿੰਘ ਸਿੱਧੂ, ਬਲਰਾਜ ਹੁੰਦਲ, ਅਵਤਾਰ ਦੁਸਾਂਝ, ਬਖਸ਼ੀਸ਼ ਗਿੱਲ, ਜਸਮੀਤ ਹੁੰਦਲ, ਗੁਰਿੰਦਰ ਘੁੰਮਣ, ਬਲਬੀਰ ਸਿੰਘ ਗਿੱਲ, ਹਰਪਾਲ ਸਿੰਘ ਮਾਨ, ਸਤਵੀਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਪੰਗੂ, ਭੁਪਿੰਦਰ ਸੰਗੇੜਾ ਤੇ ਸ਼ਹਿਰੀ ਗਰੇਵਾਲ ਸ਼ਾਮਿਲ ਸਨ। ਮਿਰਾਜ ਪੈਲੇਸ ਵੱਲੋਂ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਲੋਕ ਸਭਾ ਵਿੱਚ ਦਿੱਤੇ ਸਰਕਾਰ ਦੇ ਇੱਕ ਲਿਖਤੀ ਜਵਾਬ ਤੋਂ ਖੁਲਾਸਾ ਹੋਇਆ ਕਿ ਨੋਟਬੰਦੀ ਦੇ ਬਾਵਜੂਦ ਵੀ ਦੇਸ਼ ਵਿੱਚ ਜਾਲੀ ਮੁਦਰਾ ਦਾ ਬਾਜ਼ਾਰ ਵੱਧ ਫੁੱਲ ਰਿਹਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਇੱਕ ਲਿਖਤੀ ਜਵਾਬ ਦੇ ਹਵਾਲੇ ਤੋਂ ਦੱਸਿਆ ਕਿ ਸਾਲ 2016 ਤੋਂ 2020 ਦਰਮਿਆਨ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵਿੱਚ 107 ਗੁਣਾ ਵਾਧਾ ਹੋਇਆ ਹੈ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਬੈਂਕਿੰਗ ਪ੍ਰਣਾਲੀ ਵਿੱਚ ਪਛਾਣੇ ਗਏ ਅਜਿਹੇ ਨੋਟਾਂ ਦੀ ਗਿਣਤੀ ਵਿੱਚ ਸਾਲ 2018-19 ਤੋਂ 2020-21 ਤੱਕ ਕਮੀ ਦੇਖੀ ਗਈ ਹੈ। 2021-22 ਵਿੱਚ ਇਹਨਾਂ ਦੀ ਗਿਣਤੀ 13,604 ਸੀ, ਜੋ ਰਵਾਇਤ ਵਿੱਚ ਮੌਜੂਦ 2000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਗਿਣਤੀ ਦਾ 0.000635% ਹੈ। ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਭਾਰਤੀ ਮੁਦਰਾ ਦੇ ਜਾਲੀ ਨੋਟਾਂ FICN ਦਾ ਪ੍ਰਸਾਰ ਰੋਕਣ ਲਈ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ 1967 ਲਾਗੂ ਕੀਤਾ ਹੈ। ਨੈਸ਼ਨਲ ਜਾਂਚ ਏਜੰਸੀ NIA ਦਾ ਗਠਨ ਕੀਤਾ ਗਿਆ ਅਤੇ FICN ਤਾਲਮੇਲ ਸਮੂਹ FCORD ਦਾ ਗਠਨ ਕੀਤਾ ਗਿਆ। ਇਹਨਾਂ ਦਾ ਕੰਮ ਕੇਂਦਰ ਅਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਦਰਮਿਆਨ ਖੁਫੀਆ ਜਾਣਕਾਰੀ ਅਤੇ ਸੂਚਨਾ ਸਾਂਝੀ ਕਰਨਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ NIA ਦੇ ਅੰਦਰ ਅੱਤਵਾਦੀ ਫੰਡਿੰਗ ਅਤੇ ਜਾਲੀ ਮੁਦਰਾ TFFC ਇਕਾਈ ਦਾ ਵੀ ਗਠਨ ਕੀਤਾ ਹੈ ਤਾਂ ਕਿ ਅੱਤਵਾਦੀ ਫੰਡਿੰਗ ਅਤੇ ਜਾਲੀ ਮੁਦਰਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਇੱਕ ਸਾਂਝਾ ਵਰਕਫੋਰਸ, ਸੂਚਨਾਵਾਂ ਦੇ ਆਦਾਨ ਪ੍ਰਦਾਨ ਅਤੇ FCIN ਸਮਗਲਰਾਂ ਦੀ ਜਾਨਬੀਨ ਲਈ ਵਿਸ਼ੇਸ਼ ਅਤੇ ਵਿਸ਼ਵਾਸ ਸਹਿਯੋਗ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਚੌਧਰੀ ਨੇ ਲੋਕ ਸਭਾ ਨੂੰ ਦੱਸਿਆ ਕਿ ਬੰਗਲਾਦੇਸ਼ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਗਏ ਨੇ ਜੋ ਕਿ ਨਕਲੀ ਨੋਟਾਂ ਦੇ ਪ੍ਰਸਾਰ ਅਤੇ ਉਹਨਾਂ ਦੀ ਤਰੱਕੀ ਰੋਕਣ ਲਈ। ਪੰਕਜ ਚੌਧਰੀ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਆਪਣੇ ਦਾਅਵੇ ਵਿੱਚ ਦੱਸਿਆ ਕਿ 2016 ਵਿੱਚ 2000 ਰੁਪਏ ਦੇ 2272 ਜਾਲੀ ਨੋਟ ਫੜੇ ਗਏ ਸਨ, ਜਦਕਿ 2017 ਵਿੱਚ 74,898, 2018 ਵਿੱਚ
54,776, 2019 ਵਿੱਚ 90,566 ਅਤੇ 2020 ਦੇ ਵਿੱਚ 2,44,834 ਜਾਲੀ ਨੋਟ ਜ਼ਬਤ ਕੀਤੇ ਗਏ। 2018 ਨੂੰ ਛੱਡ ਦਈਏ ਤਾਂ 2016 ਤੋਂ ਬਾਅਦ ਇਹ ਗਿਣਤੀ ਲਗਾਤਾਰ ਵਧ ਰਹੀ ਹੈ। 2019 ਅਤੇ 2020 ਦਰਮਿਆਨ 2000 ਰੁਪਏ ਮੁੱਲ ਵਰਗ ਦੇ ਨਕਲੀ ਨੋਟਾਂ ਦੀ ਗਿਣਤੀ ਵਿੱਚ 170% ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਬੈਂਕਿੰਗ ਪ੍ਰਣਾਲੀ ਵਿੱਚ ਨਕਲੀ ਨੋਟਾਂ ਦਾ ਪਤਾ ਲਾਉਣ ਦੀ ਗਿਣਤੀ ਵਿੱਚ ਕਮੀ ਆਈ ਹੈ। ਚੰਡੀਗੜ੍ਹ ਦੇ ਪੀਜੀਆਈ ਵਿੱਚ ਆਯੁਸ਼ਮਾਨ ਸਕੀਮ ਤਹਿਤ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਲਈ ਬੁਰੀ ਖਬਰ ਹੈ। ਅਸਲ ਵਿੱਚ ਪੀਜੀਆਈ ਨੇ ਉਕਤ ਸਕੀਮ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਪੀਜੀਆਈ ਨੂੰ 21 ਦਸੰਬਰ 2021 ਤੋਂ ਮਰੀਜ਼ਾਂ ਦੇ ਇਲਾਜ ਦੇ 16 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ GMCH ਨੇ ਵੀ ਆਯੁਸ਼ਮਾਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦਿੱਤਾ ਸੀ। ਪੀਜੀਆਈ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਔਸਤਨ ਹਰ ਮਹੀਨੇ 1200 ਤੋਂ 1400 ਮਰੀਜ਼ ਇਸ ਯੋਜਨਾ ਤਹਿਤ ਇਲਾਜ ਕਰਵਾਉਣ ਆਉਂਦੇ ਸਨ। ਪੀਜੀਆਈ ਹੁਣ ਤੱਕ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ ਅਤੇ ਨਾਲ ਹੀ ਪੰਜਾਬ ਹੈਲਥ ਅਥਾਰਟੀ ਨੇ ਵਾਰ-ਵਾਰ ਭੁਗਤਾਨ ਕਰਨ ਦਾ ਰਿਮਾਈਂਡਰ ਵੀ ਭੇਜ ਦਿੱਤਾ ਸੀ, ਪਰ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਪੀਜੀਆਈ ਨੇ 1 ਅਗਸਤ ਤੋਂ ਇਸ ਯੋਜਨਾ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਆਯੁਸ਼ਮਾਨ ਯੋਜਨਾ ਤਹਿਤ ਮਰੀਜ਼ ਦਾ 5 ਲੱਖ ਦਾ ਇਲਾਜ ਮੁਫਤ ਹੁੰਦਾ ਹੈ। ਪੀਜੀਆਈ ਵਿੱਚ ਇਸ ਯੋਜਨਾ ਤਹਿਤ ਕੈਂਸਰ ਦੇ ਮਰੀਜ਼ਾਂ ਦੀ ਕੀਮੋਥੈਰੇਪੀ ਵੀ ਕੀਤੀ ਜਾਂਦੀ ਹੈ, ਜੋ ਕਿ 21 ਦਿਨਾਂ ਬਾਅਦ ਕਰਵਾਉਣੀ ਹੁੰਦੀ ਹੈ। ਜੇਕਰ ਸਰਕਾਰ ਵੱਲੋਂ ਪੈਸੇ ਨਹੀਂ ਆਉਂਦੇ ਤਾਂ ਮਰੀਜ਼ ਦੀ ਕੀਮੋਥੈਰੇਪੀ ਨਹੀਂ ਹੋ ਸਕੇਗੀ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲ ਆ ਸਕਦੀ ਹੈ। ਪੰਜਾਬ ਦੇ ਨਿੱਜੀ ਹਸਪਤਾਲਾਂ ਵੱਲੋਂ ਬਹੁਤ ਸਮਾਂ ਪਹਿਲਾਂ ਹੀ ਇਸ ਯੋਜਨਾ ਤਹਿਤ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।